ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਸੂਰਜ ਪ੍ਰਕਾਸ਼ ਵਿੱਚੋਂ ਕੁਝ ਗਿਆਨ ਹਾਸਲ ਕਰੀਏ। ਜਦੋਂ ਹੁਣ ਸਤਿਗੁਰੂ ਜੀ ਸਾਰਾ ਦਿਨ ਨਿਰੰਕਾਰ ਨਾਲ ਜੁੜੇ ਰਹਿਣ ਲੱਗੇ, ਸਾਰੀ ਰਾਤ ਸਮਾਧੀ ਲਾ ਕੇ ਬੈਠੇ ਰਹਿਣਾ, ਖਾਣਾ ਪੀਣਾ ਕੁਝ ਨਾ, ਤਾਂ ਕਾਲੂ ਜੀ ਨੂੰ ਫਿਕਰ ਪੈ ਗਿਆ। ਉਸਨੇ ਆਪਣੇ ਭਰਾ ਲਾਲੂ ਨੂੰ ਬੁਲਾ ਕੇ ਵੈਦ ਹਰਦਾਸ ਨੂੰ ਬੁਲਾਉਣ ਲਈ ਘੱਲਿਆ। ਵੈਦ ਹਰਦਾਸ ਲਾਲੂ ਜੀ ਦੇ ਨਾਲ ਘਰ ਪਹੁੰਚ ਗਿਆ। ਮਹਿਤਾ ਕਾਲੂ ਜੀ ਨੇ ਆਖਿਆ, ਵੈਦ ਜੀ, ਨਾਨਕ ਨੂੰ ਦੇਖੋ ਕੀ ਗੱਲ ਹੈ, ਚੁੱਪ ਜਿਹਾ ਰਹਿੰਦਾ ਹੈ, ਵਟਿਆ ਵਟਿਆ, ਖਾਂਦਾ ਪੀਂਦਾ ਕੁਝ ਨਹੀਂ, ਸਾਰੀ ਰਾਤ ਬੈਠਾ ਰਹਿੰਦਾ ਹੈ। ਦੇਖੋ ਵੈਦ ਜੀ, ਇਸ ਨੂੰ ਕੀ ਬਿਮਾਰੀ ਹੈ। ਵੈਦ ਜੀ ਕਹਿਣ ਲੱਗੇ, ਬਹੁਤ ਅੱਛਾ ਮਹਿਤਾ ਜੀ, ਮੈਂ ਹੁਣੇ ਹੀ ਦੇਖ ਲੈਂਦਾ ਹਾਂ। ਉੱਥੋਂ ਉੱਠ ਕੇ ਵੈਦ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਕੋਲ ਆਏ। ਗੁਰੂ ਨਾਨਕ ਦੇਵ ਜੀ ਨੇ ਆਖਿਆ, ਆਓ ਵੈਦ ਜੀ, ਕਿਵੇਂ ਆਏ ਹੋ? ਤਾਂ ਵੈਦ ਕਹਿਣ ਲੱਗਾ, ਮੈਂ ਦੇਖਦਾ ਹਾਂ ਤੁਹਾਨੂੰ ਕੀ ਰੋਗ ਹੈ, ਬਿਮਾਰੀ ਕਿੱਥੋਂ ਪੈਦਾ ਹੋਈ ਹੈ ਤੇ ਕਿਵੇਂ ਲੱਗੀ ਹੈ। ਬਾਤ ਪਿੱਤ ਕਫ ਸਨ ਤ੍ਰਿਦੋਖ ਜੋ ਕੁਝ ਵੀ ਹੋਵੇਗਾ ਲੱਭ ਕੇ ਉਸ ਦੇ ਦੂਰ ਕਰਨ ਲਈ ਔਸ਼ਧੀ ਦਿਆਂਗਾ। ਪਰਹੇਜ਼ ਰੱਖ ਕੇ ਵਰਤੋਗੇ, ਰੋਗ ਨਿਵਰਤ ਹੋ ਜਾਵੇਗਾ। ਨਬਜ਼ ਫੜ ਕੇ ਵੇਖਣ ਲੱਗ ਪਿਆ, ਪਰ ਕੋਈ ਰੋਗ ਨਜ਼ਰ ਨਾ ਆਇਆ। ਵੈਦ ਜੀ ਇਹ ਦਸ਼ਾ ਦੇਖ ਕੇ ਸਤਿਗੁਰ ਜੀ ਮੁਸਕਰਾਏ ਤੇ ਕਹਿਣ ਲੱਗੇ, ਵੈਦ ਜੀ ਧਿਆਨ ਨਾਲ ਸੁਣੋ। ਵੈਦ ਜੀ, ਤੁਹਾਨੂੰ ਮੇਰੇ ਪਿਤਾ ਜੀ ਨੇ ਮੈਨੂੰ ਦੇਖਣ ਵਾਸਤੇ ਬੁਲਾਇਆ ਹੈ ਤੇ ਤੁਸੀਂ ਆ ਕੇ ਮੇਰੀ ਬਾਂਹ ਫੜ ਕੇ ਦੇਖ ਰਹੇ ਹੋ ਕਿ ਮੈਨੂੰ ਕੀ ਰੋਗ ਹੈ। ਪਰ ਤੁਸੀਂ ਭੋਲੇ ਹੋ, ਤੁਹਾਨੂੰ ਇਹ ਨਹੀਂ ਪਤਾ ਕਿ ਮੇਰੇ ਕਲੇਜੇ ਕਿਸ ਸਿਮਰਨ ਦਾ ਤੀਰ ਵੱਜਿਆ ਹੋਇਆ ਹੈ। ਵੈਦ ਜੀ, ਪਹਿਲਾਂ ਰੋਗ ਪਛਾਣੋ, ਫਿਰ ਰੋਗ ਦੇ ਮੁਤਾਬਿਕ ਦਵਾਈ ਦਾਰੂ ਦੇਵੋ। ਤੇਰੇ ਇਸ ਦਵਾ ਦਾਰੂ ਨਾਲ ਮੇਰਾ ਹਿਰਦੇ ਦਾ ਰੋਗ ਦੂਰ ਨਹੀਂ ਹੋਣਾ, ਕਿਉਂਕਿ ਮੈਂ ਤਾਂ ਸਭ ਦੁਨੀਆ ਦੇ ਵੈਦਾਂ ਦਾ ਵੈਦ ਹਾਂ। ਇਹ ਉਪਦੇਸ਼ ਸੁਣ ਕੇ ਹਰਦਾਸ ਨਾਨਕ ਦੇ ਚਰਨਾਂ ਤੇ ਢਹਿ ਪਿਆ ਤੇ ਆਖਣ ਲੱਗਾ, ਸੱਚੇ ਵੈਦ ਜੀਓ, ਮੈਂ ਰੋਗੀ ਹਾਂ, ਕਿਰਪਾ ਕਰਕੇ ਮੇਰੇ ਰੋਗ ਦਾ ਇਲਾਜ ਦੱਸੋ। ਤਾਂ ਮਹਾਰਾਜ ਜੀ ਕਹਿੰਦੇ, ਵੈਦ ਜੀ, ਉਸ ਹਰੀ ਦੀ ਵਡਿਆਈ ਕਰੋ ਤੇ ਉਸ ਹਰੀ ਦੀ ਦਵਾਈ ਆਪਣੇ ਹਿਰਦੇ ਵਿੱਚ ਵਸਾਵੋ, ਉਹ ਦਵਾਈ ਖਾਵੋ। ਜਦੋਂ ਹਰੀ ਸਿਮਰਨ ਵਿੱਚ ਮਨ ਚਿੱਤ ਲੱਗ ਜਾਵੇਗਾ ਤੇ ਭੂਖ ਦਰਦ ਸਭ ਮਿਟ ਜਾਵੇਗਾ। ਵਿਸ਼ੇ ਵਿਖਾਰ ਕਫ ਸਭ ਰੋਗ ਦੂਰ ਹੋ ਜਾਣਗੇ ਹਰੇ ਦਾ ਨਾਮ ਲੈਣ ਨਾਲ ਹੀ। ਤੇ ਉਸ ਜੀਵ ਦਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਸਭ ਦੂਰ ਹੋ ਜਾਵਣਗੇ ਤੇ ਉਸ ਨੂੰ ਇਸ ਸੰਸਾਰਿਕ ਚਟਨੀ ਦਾ ਕੋਈ ਵੀ ਸਵਾਦ ਨਹੀਂ ਰਹੇਗਾ। ਉਹ ਹਰ ਟਾਈਮ ਹਰ ਸਮੇਂ ਪ੍ਰਭੂ ਪਰਮੇਸ਼ਵਰ ਵਿੱਚ ਲੀਨ ਰਹੇਗਾ। ਇਹ ਸੁਣ ਕੇ ਵੈਦ ਨੇ ਫਿਰ ਨਿਮਾਣੇ ਹੋ ਕੇ ਬੇਨਤੀ ਕੀਤੀ, ਮਹਾਰਾਜ, ਮੇਰੇ ਮਨ ਦੇ ਰੋਗ ਨਿਵਰਤ ਕਰੋ, ਇਹ ਕਿਰਪਾ ਕਰੋ ਇਸ ਕੀਟ ਦਾਸ ਤੇ। ਤਾਂ ਮਹਾਰਾਜ ਜੀ ਇਲਾਜ ਦੱਸ ਕੇ ਨਦਰੀ ਨਦਰ ਨਿਹਾਲ ਕਰਦੇ ਹਨ। ਗੁਰੂ ਜੀ ਵੈਦ ਨੂੰ ਕਹਿਣ ਲੱਗੇ ਕਿ ਹਰ ਟਾਈਮ ਪ੍ਰਭੂ ਸਿਮਰਨ ਕਰਿਆ ਕਰੋ ਔਰ ਸਾਰੇ ਹੀ ਰੋਗ ਨਸ਼ਟ ਹੋ ਜਾਣਗੇ। ਇਹ ਵੇਖ ਮਹਿਤਾ ਕਾਲੂ ਜੀ ਬੜੇ ਹੈਰਾਨ ਹੋਏ ਕਿ ਜੋ ਕੋਈ ਆਪਦਾ ਹੈ ਦਾਸ ਬਣ ਜਾਂਦਾ ਹੈ, ਕਿਸੇ ਨੂੰ ਅੱਗੋਂ ਕੋਈ ਗੱਲ ਔੜਦੀ ਨਹੀਂ ਹੈ, ਕੁਝ ਸਮਝ ਨਹੀਂ ਆਉਂਦੀ। ਇੱਥੇ ਮਹਾਰਾਜ ਜੀ ਨੇ ਇਹ ਸ਼ਬਦ ਉਚਾਰਿਆ, ਮਲਾਰ ਮਹੱਲਾ ਪਹਿਲਾ, ਦੁੱਖ ਵਿਛੋੜਾ ਏਕ ਦੁੱਖ ਭੂਖ, ਏਕ ਦੁੱਖ ਸਕਤ ਵਾਰ ਜਮਦੂਤ, ਏਕ ਦੁੱਖ ਰੋਗ ਲਗੇ ਤਨ ਥਾਏ, वेद न भूले दारू लाए, वेद न भूले दारू लाए, दर्द होवे दुख रहे शरीर, ऐसा दारू लगे न पीर। ਵੈਦ ਨੂੰ ਦੇਖ ਕੇ ਗਿਆ ਨੂੰ ਕੁਝ ਮਹੀਨੇ ਲੰਘ ਗਏ। ਇੱਕ ਦਿਨ ਮਹਿਤਾ ਕਾਲੂ ਜੀ ਨੇ ਦੇਖਿਆ, ਨਾਨਕ ਅੱਜ ਤਾਂ ਬੜਾ ਖੁਸ਼ ਨਵਾਂ ਨਰੋਇਆ ਦਿਸਦਾ ਹੈ, ਹੋਵੇ ਨਾ ਤੇ ਇਸ ਨੂੰ ਕੁਝ ਥੋੜੀ ਰਾਸ ਮੂੜੀ ਦੇ ਕੇ ਸੌਦੇ ਲਈ ਘੱਲ ਦਿਆ ਕਰੀਏ।
ਜੇ ਕੁਝ ਚੰਗਾ ਮੁਨਾਫਾ ਹੋਇਆ ਤਾਂ ਆਪੇ ਹੌਲੀ ਹੌਲੀ ਰੁੱਝ ਜਾਵੇਗਾ। ਇਹ ਵਿਚਾਰ ਕੇ ਕੋਲ ਗਏ, ਪਿਆਰ ਕੀਤਾ, ਰੁਪਈਏ 20 ਕੱਢ ਕੇ ਦਿੱਤੇ ਤੇ ਆਖਿਆ, ਪੁੱਤਰ ਜਾ ਕੋਈ ਸੱਚਾ ਸੌਦਾ, ਖਰਾ ਸੌਦਾ ਕਰ ਲੈ, ਜਿਸ ਨਾਲ 4 ਪੈਸੇ ਬਚ ਜਾਣ, ਫਿਰ ਤੈਨੂੰ ਵੱਡੀ ਸਾਰੀ ਦੁਕਾਨ ਬਣਾ ਦਿਆਂਗੇ। ਰੁਪਏ ਲੈ ਕੇ ਪਿਤਾ ਜੀ ਕੋਲੋਂ ਚੱਲ ਪਏ। ਪਿਤਾ ਕਾਲੂ ਦੇ ਮਨ ਨੂੰ ਇਤਵਾਰ ਨਾ ਹੋਇਆ ਤੇ ਪਿਤਾ ਕਾਲੂ ਜੀ ਦੌੜ ਕੇ ਬਾਲੇ ਵੱਲ ਗਏ ਤੇ ਕਹਿਣ ਲੱਗੇ ਕਿ ਨਾਨਕ ਨੂੰ 20 ਰੁਪਏ ਦਿੱਤੇ ਹਨ, ਤੂੰ ਜਾ ਕਿਤੇ ਗਵਾ ਨਾ ਦੇਵੇ, ਕੋਈ ਖਰਾ ਜਿਹਾ ਸੌਦਾ ਕਰ ਲਿਓ। ਬਾਲਾ 7 ਵਚਨ ਕਹਿ ਕੇ ਨਾਲ ਤੁਰ ਪਿਆ। ਚੂਹੜਕਾਣੇ ਦੀ ਬਾਰ ਵਿੱਚ ਪਹੁੰਚੇ। ਉੱਥੇ ਸਾਧਾਂ ਦਾ ਇੱਕ ਝੁੰਡ ਬੈਠਾ ਦੇਖਿਆ, ਜੋ ਕਈ ਦਿਨਾਂ ਦੇ ਭੁੱਖੇ ਸਨ। 20 ਰੁਪਏ ਖਰਚ ਕੇ ਲੰਗਰ ਛਕਾ ਦਿੱਤਾ। ਇੱਧਰ ਬੇਬੇ ਨਾਨਕੀ ਨੂੰ ਪਤਾ ਲੱਗਾ ਤਾਂ ਵੀਰ ਦੇ ਪਿਆਰ ਵਿੱਚ ਤੜਫਣ ਲੱਗੀ ਤੇ ਵੀਰ ਦਾ ਇੰਤਜ਼ਾਰ ਕਰਦੀ ਹੈ ਕਿ ਅੱਜ ਮੇਰਾ ਵੀਰ ਸੱਚਾ ਸੌਦਾ ਕਰਨ ਗਿਆ ਹੈ, ਕੋਈ ਮੁਨਾਫਾ ਖੱਟ ਕੇ ਲਿਆਏਗਾ ਤੇ ਉਸ ਦੀ ਸੋਭਾ ਘਰ ਵਿੱਚ ਹੋਰ ਵੀ ਵੱਧ ਜਾਵੇਗੀ। ਉੱਧਰ ਖਰਾ ਸੌਦਾ ਕਰਕੇ ਨਾਨਕ ਜੀ ਵਾਪਸ ਤਲਵੰਡੀ ਆਏ ਤੇ ਬਾਲੇ ਨੂੰ ਘੱਲ ਦਿੱਤਾ। ਆਪ ਇੱਕ ਬਾਹਰ ਸੁੱਕਾ ਤਲਾਅ ਤੇ ਬਣ ਦੇ ਦਰਖਤ ਥੱਲੇ ਸਮਾਧੀ ਲਾ ਕੇ ਬੈਠੇ ਰਹੇ। ਇੱਕ ਕੁੜੀ ਬੈਠੇ ਨਾਨਕ ਨੂੰ ਦੇਖ ਕੇ ਭੱਜੀ ਭੱਜੀ ਨਾਨਕੀ ਦੇ ਕੋਲ ਆ ਕੇ ਖੁਸ਼ਖਬਰੀ ਸੁਣਾਉਂਦੀ ਏ ਤੇ ਉੱਚੀ ਉੱਚੀ ਆਵਾਜ਼ਾਂ ਮਾਰਦੀ ਹੈ, ਬੇਬੇ ਨਾਨਕੀ, ਵੀਰ ਤੇਰਾ ਆ ਗਿਆ ਹੈ। ਤੇ ਬੇਬੇ ਨਾਨਕੀ ਸੁਣ ਕੇ ਬੜੀ ਪ੍ਰਸੰਨ ਹੋਈ ਤੇ ਸੁਨੇਹਾ ਲੈ ਕੇ ਆਈ ਕੁੜੀ ਨੂੰ ਆਖਿਆ, ਉਰੇ ਹੋ ਭੈਣ, ਮੈਂ ਤੇਰੇ ਚਰਨ ਚੁੰਮ ਲਵਾਂ, ਤੂੰ ਮੇਰੇ ਸੁੱਖਾਂ ਲੱਥੇ ਵੀਰ ਦਾ ਸੁਨੇਹਾ ਲੈ ਕੇ ਆਈ ਏ, ਮੈਂ ਸਦਕੇ ਤੇ ਕੁਰਬਾਨ ਜਾਵਾਂ ਤੈਤੋਂ। ਇਹ ਗੱਲ ਸੁਣ ਕੇ ਕੁੜੀ ਕਹਿਣ ਲੱਗੀ, ਭੈਣ ਏਡੀ ਖੁਸ਼ੀਆਂ ਵਿੱਚ ਨਾ ਪਈ, ਉਛਲ ਪਹਿਲਾਂ ਆਪਣੇ ਸੁਨੱਖੇ ਵੀਰ ਦੀ ਕਰਤੂਤ ਸੁਣ ਲੈ, ਜੋ ਕੁਝ ਕਰਕੇ ਆਇਆ ਹੈ। ਬੇਬੇ ਨਾਨਕੀ ਕਹਿਣ ਲੱਗੀ, ਦੱਸ ਤਾਂ ਸਹੀ ਮੇਰਾ ਵੀਰ ਕੀ ਕਰਕੇ ਆਇਆ ਹੈ। ਤੇ ਕੁੜੀ ਕਹਿਣ ਲੱਗੀ, ਤੇਰਾ ਵੀਰ ਜਿਹੜੇ 20 ਰੁਪਏ ਲੈ ਕੇ ਗਿਆ ਸੀ, ਉਹਦਾ ਸਾਧਾਂ ਨੂੰ ਲੰਗਰ ਛਕਾ ਕੇ ਆਇਆ ਹੈ। ਇਹ ਸੱਚਾ ਸੌਦਾ ਕਰਕੇ ਆਇਆ ਹੈ, ਤੇਰੇ ਪਿਤਾ ਦੀ ਕਮਾਈ ਨੂੰ ਖੂਹ ਵਿੱਚ ਪਾ ਕੇ ਆਇਆ ਹੈ। ਇਹ ਕੁੜੀ ਦੇ ਕੋਝੇ ਅੱਖਰ ਨਾਨਕ ਵੀਰ ਦੀ ਸ਼ਾਨ ਵਿੱਚ ਨਾਨਕੀ ਨੇ ਸਹਾਰੇ ਨਾ ਗਏ ਤੇ ਸ਼ਾਂਤ ਰੂਪ ਰਹਿਣ ਵਾਲੀ ਨਾਨਕੀ ਬੋਲ ਉੱਠੀ, ਤੇਰੀ ਭੈੜੀ ਜ਼ੁਬਾਨ ਸੜ ਜਾਵੇ, ਤੂੰ ਮੇਰੇ ਵੀਰ ਨੂੰ ਇਹੋ ਜਿਹੇ ਤਾਨੇ ਮਿਹਣੇ ਮਾਰਦੀ ਏ, ਤੂੰ ਮੇਰੇ ਵੀਰ ਨੂੰ ਇਹੋ ਜਿਹਾ ਕਹਿਣ ਤੋਂ ਪਹਿਲਾਂ ਸੋਚ ਵਿਚਾਰ ਤਾਂ ਲੈਂਦੀ, ਥੋੜਾ ਆਪਣੀ ਅਕਲ ਨੂੰ ਹੱਥ ਮਾਰਦੀ, ਤੈਨੂੰ ਜਰਾ ਵੀ ਅਕਲ ਨਹੀਂ ਹੈ। ਮੈਂ ਇਹੋ ਜਿਹੇ 20 ਰੁਪਈਏ ਆਪਣੇ ਵੀਰ ਦੀ ਜੁੱਤੀ ਤੋਂ ਵਾਰ ਦਿੰਦੀ ਹਾਂ, ਇਹੋ ਜਿਹੇ ਵੀਰ ਲੱਖੀ ਕਰੋੜੀ ਨਹੀਂ ਮਿਲਦੇ। ਇਹ ਆਖ ਕੇ ਫਿਰ ਕੁੜੀ ਨੂੰ ਪਿਆਰ ਕੀਤਾ ਤੇ ਆਖਿਆ, ਗੁੱਸਾ ਨਾ ਕਰੀ, ਇਸ ਤਰ੍ਹਾਂ ਦੇ ਕੌੜੇ ਸ਼ਬਦ ਨਹੀਂ ਵਰਤੇ ਦੇ, ਚੱਲ ਤੁਰ, ਮੈਨੂੰ ਦੱਸ ਸਾਂ ਮੇਰਾ ਵੀਰ ਕਿੱਥੇ ਹੈ, ਚੱਲ ਤੁਰ, ਦਿਖਾ ਮੈਨੂੰ ਤਾਂ ਸਹੀ, ਕਿਹੜੇ ਬੱਦਲਾਂ ਵਿੱਚ ਮੇਰਾ ਵੀਰ ਚੰਨ ਛੁਪਿਆ ਹੈ, ਭੁੱਲ ਗਿਆ ਹੈ ਰਾਹ ਉਹ, ਉਸ ਚੰਨ ਜਿਹੇ ਵੀਰ ਦੇ ਦੀਦਾਰ ਤੋਂ ਬਿਨਾ ਮੈਂ ਸੁੱਕ ਕੇ ਲੱਕੜ ਬਣ ਗਈ ਹਾਂ। ਉਹ ਦੇਖ ਮੇਰੇ ਬਾਪੂ ਜੀ ਉੱਧਰ ਜਾ ਰਹੇ ਹਨ, ਹੋ ਸਕਦਾ ਹੈ ਮੇਰਾ ਨਾਨਕ ਵੀਰ ਵੀ ਉੱਥੇ ਹੋਵੇ। ਮਾਤਾ ਤ੍ਰਿਪਤਾ ਦੇਵੀ ਜੀ ਦੇ ਨੈਣ ਵੀ ਆਪਣੇ ਪੁੱਤਰ ਨੂੰ ਦੇਖਣ ਲਈ ਤਰਸ ਰਹੇ ਹਨ ਤੇ ਮਨ ਦੀ ਤਾਰ ਹਰ ਵੇਲੇ ਪੁੱਤਰ ਦੇ ਵਿੱਚ ਹੀ ਵੱਜਦੀ ਰਹਿੰਦੀ ਹੈ। ਮੇਰੇ ਵੀਰ ਦੀ ਤਾਂ ਹਜ਼ਾਰਾਂ ਸੂਰਜਾਂ ਜਿੰਨੀ ਇੱਕ ਝਲਕ ਹੈ, ਉਸ ਦੇ ਮੁਖ ਵਿੱਚੋਂ ਸ਼ਹਿਦ ਡੁੱਲਦਾ ਹੈ। ਪਰ ਜਦੋਂ ਪਿਤਾ ਮਹਿਤਾ ਕਾਲੂ ਜੀ ਗੁਰੂ ਨਾਨਕ ਪਾਸ ਪਹੁੰਚੇ ਤਾਂ ਉਹ ਬਹੁਤ ਹੀ ਕ੍ਰੋਧਮਾਨ ਹੋਏ। ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਨਾਨਕ 20 ਰੁਪਏ ਦਾ ਸਾਧਾਂ ਨੂੰ ਭੋਜਨ ਕਰਵਾ ਆਇਆ ਹੈ ਤੇ ਮਹਿਤਾ ਕਾਲੂ ਜੀ ਗੁਰੂ ਨਾਨਕ ਨੂੰ ਕਹਿੰਦੇ ਹਨ ਕਿ ਮੈਂ ਤਾਂ ਤੈਨੂੰ ਸੱਚਾ ਸੌਦਾ ਕਰਨ ਵਾਸਤੇ ਭੇਜਿਆ ਸੀ, ਜਿਸ ਸੌਦੇ ਵਿੱਚੋਂ ਸਾਨੂੰ ਕੁਝ ਮੁਨਾਫਾ ਹੁੰਦਾ, ਪਰ ਤੂੰ ਤਾਂ 20 ਦੇ 20 ਰੁਪਏ ਹੀ ਡੋਬ ਆਇਆ ਹਾਂ। ਪਰ ਗੁਰੂ ਨਾਨਕ ਦੇਵ ਜੀ ਕਹਿੰਦੇ, ਮੈਂ ਡੋਬ ਨਹੀਂ ਆਇਆ, ਮੈਂ ਉਹ ਭੁੱਖੇ ਸਾਧੂਆਂ ਨੂੰ
ਭੋਜਨ ਕਰਵਾ ਕੇ ਇੱਕ ਸੱਚਾ ਸੌਦਾ ਕਰਕੇ ਆਇਆ ਹਾਂ। ਉਹ 20 ਰੁਪਏ ਦੇ ਬਦਲੇ ਆਪ ਜੀ ਨੂੰ ਪਰਮਾਤਮਾ ਬਹੁਤ ਕੁਛ ਹੀ ਦੇਵੇਗਾ। ਜਦੋਂ ਪਿਤਾ ਕਾਲੂ ਜੀ ਬਹੁਤ ਹੀ ਕ੍ਰੋਧਮਾਨ ਹੋਏ ਤਾਂ ਬਾਅਦ ਵਿੱਚ ਭੈਣ ਨਾਨਕੀ ਨੇ ਆਪਣੇ ਵੀਰ ਨੂੰ ਰੱਜ ਕੇ ਸਰਾਇਆ, ਪਿਆਰ ਕੀਤਾ ਤੇ ਕਿਹਾ, ਭੁੱਲ ਜਾ ਵੀਰ, ਪਿਤਾ ਜੀ ਐਵੇਂ ਹੀ ਬੋਲਦੇ ਰਹਿੰਦੇ ਹਨ, ਤੂੰ ਤਾਂ ਮੇਰਾ ਚੰਨ ਨਾਲੋਂ ਵੀ ਸੋਹਣਾ ਵੀਰ ਹਾਂ। ਭੈਣ ਨਾਨਕੀ ਵਾਰ-ਵਾਰ ਗੁਰੂ ਨਾਨਕ ਦੇਵ ਜੀ ਦਾ ਮੱਥਾ ਚੁੰਮਦੀ ਹੈ। ਭੈਣ ਨਾਨਕੀ ਨੇ ਗੁਰੂ ਨਾਨਕ ਦੇਵ ਜੀ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਦਿੱਤਾ ਤੇ ਕਿਹਾ, ਵੀਰੇ, ਪਿਤਾ ਦੇ ਕਹੇ ਦਾ ਗੁੱਸਾ ਨਹੀਂ ਕਰਨਾ, ਕਿਉਂਕਿ ਉਹ ਕਹਿੰਦੇ ਸਨ ਕਿ ਇਹ ਕੋਈ ਸੱਚਾ ਸੌਦਾ ਕਰਕੇ ਕਾਰ ਵਿਹਾਰ ਕਰਨ ਲੱਗ ਜਾਵੇ। ਤੂੰ ਆਪਣੇ ਮਨ ਤੇ ਨਾ ਲੈਣਾ, ਚੱਲ ਚਲੀਏ ਘਰ ਨੂੰ। ਇਸ ਤਰ੍ਹਾਂ ਹੀ ਦੋਨੋਂ ਜਣੇ ਭੈਣ ਭਰਾ ਪਿਆਰ ਦੀਆਂ ਗੱਲਾਂ ਕਰਦੇ ਕਰਦੇ ਘਰ ਨੂੰ ਵਾਪਸ ਆ ਗਏ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।